ਹੈਲੋ ਸਟੂਡੈਂਟਸ, ਨਾਓ ਵੀ ਆਰ ਡੂਇੰਗ ਵਾਈ ਡੂ ਵੀ ਨੀਡ ਅ ਪਾਰਲੀਮੈਂਟ। ਠੀਕ ਹੈ, ਆਪਾਂ ਪੜ੍ਹਿਆ ਸੀਗਾ ਕਿ ਰਾਜ ਸਭਾ ਵਿੱਚ ਲੋਕ ਸਭਾ ਦੇ ਵਿੱਚ ਕੀ ਕੁਛ ਹੁੰਦਾ। ਠੀਕ ਹੈ, ਆਪਾਂ ਗਾਈਡਲਾਈਨਸ ਪੜ੍ਹ ਰਹੇ ਸੀ ਹੈ ਨਾ ਆਪਣੇ ਪਾਰਲੀਮੈਂਟ ਦੀਆਂ। ਸੋ ਮਤਲਬ ਕਿ ਕੀ ਕੁਛ ਆਪਣਾ ਪਾਰਲੀਮੈਂਟ ਕਿੱਦਾਂ ਫੋਰਮ ਹੁੰਦਾ ਹੈਗਾ, ਉਹਦੇ ਵਿੱਚ ਰਾਜ ਸਭਾ ਲੋਕ ਸਭਾ ਕਿਹੜੇ ਕਿਹੜੇ ਹਾਊਸਿਸ ਹੁੰਦੇ ਨੇ, ਕਿੰਨੇ ਮੈਂਬਰਸ ਆਪਾਂ ਇਲੈਕਸ਼ਨਸ ਦੇ ਥਰੂ ਮਤਲਬ ਆਪਾਂ ਇਲੈਕਟ ਕਰਦੇ ਹਾਂ ਅਤੇ ਕਿੰਨਿਆਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦੇ ਨੇ ਹੈ ਨਾ। ਸੋ ਹੁਣ ਆਪਾਂ ਪੜ੍ਹਦੇ ਹਾਂ ਬੀ ਪਾਰਟ ਇਹਦਾ, ਟੂ ਕੰਟਰੋਲ ਗਾਈਡ ਐਂਡ ਇਨਫੋਰਮ ਦਾ ਗਵਰਨਮੈਂਟ। ਦ ਪਾਰਲੀਮੈਂਟ ਵਾਈਲ ਇਨ ਸੈਸ਼ਨ ਬਿਗਨਸ ਵਿਦ ਕੁਐਸਚਨ ਆਰ। ਪਾਰਲੀਮੈਂਟ ਸ਼ੁਰੂ ਕਿੱਦਾਂ ਹੁੰਦਾ, ਕੁਐਸਚਨ ਆਰ, ਕੁਐਸਚਨਿੰਗ ਕਰਦੇ ਨੇ ਸਾਰੇ, ਮਤਲਬ ਜਿਹੜੇ ਮੈਂਬਰ ਉੱਥੇ ਹੁੰਦੇ ਨੇ ਪਾਰਟੀਸਪੇਟ ਕਰਦੇ ਨੇ। ਦ ਕੁਐਸਚਨ ਆਰ ਇਜ਼ ਐਨ ਇੰਪੋਰਟੈਂਟ ਮੈਕੈਨਿਜ਼ਮ ਥਰੂ ਵਿਚ ਐਮਪੀਸ ਕੈਨ ਐਲਿਸਿਟ ਇਨਫੋਰਮੇਸ਼ਨ ਅਬਾਊਟ ਦ ਵਰਕਿੰਗ ਆਫ ਦ ਗਵਰਨਮੈਂਟ। ਜਿਹਦੇ ਵਿੱਚ ਮਤਲਬ ਕਿ ਐਮਪੀਸ ਕੋਲ ਇਨਫੋਰਮੇਸ਼ਨ ਹੁੰਦੀ ਹੈ, ਠੀਕ ਹੈ, ਕਿ ਸਰਕਾਰ ਕਿੱਦਾਂ ਕੰਮ ਕਰਦੀ ਹੈ, ਉਹਦੇ 'ਤੇ ਕੁਐਸਚਨਿੰਗ ਹੁੰਦੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਵੇ ਥਰੂ ਵਿਚ ਦ ਪਾਰਲੀਮੈਂਟ ਕੰਟਰੋਲਸ ਦਾ ਐਗਜ਼ੀਕਿਊਟਿਵ। ਇਹ ਬਹੁਤ ਵਧੀਆ ਤਰੀਕਾ, ਇੰਪੋਰਟੈਂਟ ਤਰੀਕਾ, ਠੀਕ ਹੈ, ਜਿਹਦੇ ਵਿੱਚ ਐਗਜ਼ੀਕਿਊਟਿਵ ਕੌਣ ਸੀਗਾ, ਗਰੁੱਪ ਆਫ ਪੀਪਲ ਜਿਹੜਾ ਕਿ ਲਾ ਦੀ ਇੰਪਲੀਮੈਂਟ 'ਤੇ ਵਰਕ ਕਰਦਾ ਹੈ ਨਾ। ਬਾਈ ਆਸਕਿੰਗ ਕੁਐਸਚਨਸ ਦਾ ਗਵਰਨਮੈਂਟ ਇਜ਼ ਅਲਰਟਿਡ ਟੂ ਇਟਸ ਸ਼ਾਰਟਕਮਿੰਗਸ ਐਂਡ ਆਲਸੋ ਕਮਸ ਟੂ ਨੋ ਦਾ ਓਪੀਨੀਅਨ ਆਫ ਪੀਪਲ ਥਰੂ ਦੇਅਰ ਰਿਪ੍ਰੈਜ਼ੈਂਟੇਟਿਵਸ ਇਨ ਦਾ ਪਾਰਲੀਮੈਂਟ। ਇਹਦੇ ਨਾਲ ਮਤਲਬ ਕਿ ਸਰਕਾਰ ਨੂੰ ਅਲਰਟ ਹੁੰਦੀ ਹੈ, ਠੀਕ ਹੈ, ਕਿ ਹਾਂ ਆਪਣਾ ਇਹ ਕੰਮ ਰਹਿੰਦਾ ਕਰਨ ਵਾਲਾ, ਠੀਕ ਹੈ। ਅਤੇ ਬਾਕੀ ਜਿਹੜਾ ਹੁਣ ਫੋਰ ਐਗਜ਼ਾਮਪਲ ਆਪਾਂ ਆਪਣੇ ਏਰੀਏ ਦਾ MLA ਚੂਜ਼ ਕੀਤਾ ਜਾਂ MP ਚੂਜ਼ ਕੀਤਾ, ਆਪਾਂ ਉਹਦੇ ਤੱਕ ਪਹੁੰਚ ਕਰਾਂਗੇ, ਆਪਣਾ ਜਿਹੜੇ ਲੋਕਲ ਪੀਪਲ ਨੇ ਉਹਦੇ ਤੱਕ ਪਹੁੰਚ ਕਰਨਗੇ ਕਿ ਹਾਂ ਸਾਡੇ ਏਰੀਏ ਨੂੰ ਇਹ ਚੀਜ਼ ਦੀ ਲੋੜ ਹੈ, ਕਿਸੇ ਖਾਸ ਚੀਜ਼ ਦੀ ਲੋੜ ਹੈ। ਅਤੇ ਫਿਰ ਉਹ MP ਜਾਂ MLA ਜਾ ਕੇ ਉੱਥੇ ਆਪਣੇ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਉਹਨਾਂ ਦਾ ਸੈਸ਼ਨ ਹੋਊਗਾ ਉੱਥੇ ਮਤਲਬ ਉਹ ਡਿਮਾਂਡ ਰੱਖੂਗਾ, ਫਿਰ ਮਤਲਬ ਆਪਣੀ ਆਵਾਜ਼ ਇਸ ਤਰੀਕੇ ਨਾਲ ਆਪਣੇ ਪਾਰਲੀਮੈਂਟ ਤੱਕ ਪਹੁੰਚਦੀ ਹੈ। ਫਿਰ ਉਸ ਤੋਂ ਬਾਅਦ ਆਪਣੇ ਨੀਡਸ ਦੇ ਉੱਤੇ ਕੰਮ ਕੀਤਾ ਜਾਂਦਾ ਸਰਕਾਰ ਦੁਆਰਾ। ਆਸਕਿੰਗ ਦਾ ਕੁਐਸਚਨਸ ਆਫ ਗਵਰਨਮੈਂਟ ਇਜ਼ ਅ ਕਰੂਸ਼ੀਅਲ ਟਾਸਕ ਫॉर ਐਵਰੀ MP। ਮਤਲਬ ਕਿ ਸਰਕਾਰ ਨੂੰ ਕੁਐਸਚਨ ਕਰਨਾ, ਠੀਕ ਹੈ, ਹਰ ਇੱਕ MP ਦਾ ਮੁੱਖ ਕਿੱਤਾ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਕਿ ਜ਼ਰੂਰੀ ਹੈ ਹਰ ਇੱਕ MP ਲਈ। ਦ ਓਪੋਜੀਸ਼ਨ ਪਾਰਟੀਜ਼ ਪਲੇ ਅ ਕ੍ਰਿਟੀਕਲ ਰੋਲ ਇਨ ਦਾ ਹੈਲਦੀ ਫੰਕਸ਼ਨਿੰਗ ਆਫ ਡੈਮੋਕ੍ਰੇਸੀ। ਓਪੋਜੀਸ਼ਨ ਪਾਰਟੀ ਹੈ ਜਿਹੜੀ ਉਹ ਸਰਕਾਰ ਦੇ ਕੀਤੇ ਕੰਮਾਂ 'ਤੇ ਕੁਐਸਚਨਿੰਗ ਕਰਦੀ ਹੈ, ਠੀਕ ਹੈ। ਹੈਲਦੀ ਫੰਕਸ਼ਨਿੰਗ ਯਾਨੀ ਕਿ ਸਰਕਾਰ ਵਧੀਆ ਤਰੀਕੇ ਨਾਲ ਕੰਮ ਕਰੇ। ਓਪੋਜੀਸ਼ਨ ਪਾਰਟੀਜ਼ ਦੀ ਇਹ ਆਪਾਂ ਕਹਿ ਸਕਦੇ ਹਾਂ ਜ਼ਿੰਮੇਵਾਰੀ ਹੁੰਦੀ ਹੈ, ਉਹ ਕੁਐਸਚਨਿੰਗ ਕਰਦੀ ਹੈ ਸਰਕਾਰ ਨੂੰ ਕਿ ਜੇ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ, ਠੀਕ ਹੈ, ਤਾਂ ਓਪੋਜੀਸ਼ਨ ਪਾਰਟੀ ਉਹਦੇ 'ਤੇ ਕੁਐਸਚਨ ਕਰਦੀ ਹੈ, ਸਵਾਲ ਖੜ੍ਹੇ ਕਰਦੀ ਹੈ, ਠੀਕ ਹੈ, ਅਤੇ ਸਰਕਾਰ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਬਾਰੇ ਰਾਏ ਦਿੰਦੀ ਹੈ, ਹੈਲਪ ਕਰਦੀ ਹੈ, ਆਪਾਂ ਕਹਿ ਸਕਦੇ ਹਾਂ ਹੈ ਨਾ। ਦੇ ਹਾਈਲਾਈਟ ਡਰਾਬੈਕਸ ਇਨ ਵੇਰੀਅਸ ਪੋਲਿਸੀਜ਼ ਐਂਡ ਪ੍ਰੋਗਰਾਮਸ ਆਫ ਦ ਗਵਰਨਮੈਂਟ। ਡਰਾਬੈਕਸ ਹੁੰਦੀਆਂ ਨੇ ਕਮੀਆਂ, ਹਾਈਲਾਈਟ ਕਰਦੀ ਹੈ ਉਹਨਾਂ ਦੀਆਂ ਕਮੀਆਂ ਨੂੰ, ਅਤੇ ਜਿਹੜੀਆਂ ਪੋਲਿਸੀ ਸਰਕਾਰ ਲੈ ਕੇ ਆਉਂਦੀ ਆ ਉਹਨਾਂ ਦੀਆਂ ਕਮੀਆਂ ਸਰਕਾਰ ਨੂੰ ਮੂਹਰੇ ਲੈ ਕੇ ਆਉਂਦੀ ਹੈ, ਅਤੇ ਉਹ ਕਮੀਆਂ ਦੇ ਉੱਤੇ ਕੰਮ ਕਰਨ ਦਾ ਸਰਕਾਰ ਨੂੰ ਫਿਰ ਦੁਬਾਰਾ ਦੇਖਣਾ ਪੈਂਦਾ। ਉਹ ਕੋਈ ਵੀ ਪੋਲਿਸੀ ਲੈ ਕੇ ਆਉਂਦੀ ਹੈ ਫਿਰ ਉਹਨੂੰ ਰੀਵਿਊ ਕਰਨਾ ਪਊਗਾ ਜਿਹੜੀ ਗਵਰਨਮੈਂਟ ਹੋਊਗੀ। ਐਂਡ ਮੋਬਿਲਾਈਜ਼ ਪੋਪੂਲਰ ਸਪੋਰਟ ਫॉर देयर ਓਨ ਪੋਲਿਸੀਜ਼। ਮਤਲਬ ਕਿ ਫਿਰ ਇੱਕ ਉਹ ਕੀ ਕਰਦੀ ਹੈ, ਆਪਣੀਆਂ ਵੀ ਕੁਛ ਪੋਲਿਸੀਜ਼ ਇੰਟਰੋਡਿਊਸ ਕਰਵਾਉਂਦੀ ਹੈ ਹੈ ਨਾ ਲੋਕਾਂ ਨੂੰ, ਵੀ ਹਾਂ ਇਹ ਸਰਕਾਰ ਨੂੰ ਕਿ ਹਾਂ ਆਪਾਂ ਜੇ ਆਹ ਪੋਲਿਸੀ ਤੁਹਾਡੇ ਤੋਂ ਗਲਤ ਹੋ ਗਈ ਤਾਂ ਸਾਡੀ ਪੋਲਿਸੀ ਇੱਦਾਂ ਦੀ ਹੈ, ਇਹਦੇ ਉੱਤੇ ਵੀ ਕੰਮ ਕੀਤਾ ਜਾ ਸਕਦਾ, ਠੀਕ ਹੈ। ਦ ਗਵਰਨਮੈਂਟ ਗੈਟਸ ਵੈਲਿਊਏਬਲ ਫੀਡਬੈਕ ਐਂਡ ਇਜ਼ ਕੈਪਟ ਔਨ ਇਟਸ ਟੋਜ਼ ਬਾਏ ਦਾ ਕੁਐਸਚਨ ਆਸਕਡ ਬਾਏ ਦਾ MPs। ਹੁਣ ਗਵਰਨਮੈਂਟ ਕੋਲ ਜਿਹੜੀ ਮਤਲਬ ਕਿ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਕੋਲ ਫੀਡਬੈਕ ਆ ਜਾਂਦਾ ਲੋਕਾਂ ਦਾ ਕਿ ਲੋਕ ਕੀ ਚਾਹੁੰਦੇ ਨੇ ਹੈ ਨਾ, ਲੋਕਾਂ ਨੂੰ ਕੀ ਪ੍ਰੋਬਲਮਸ ਆਈਆਂ ਨੇ, ਫਿਰ ਉਸ ਮੁਸ਼ਕਿਲਾਂ ਦੇ ਉੱਤੇ ਕੰਮ ਕਰਨਾ ਸਰਕਾਰ ਸਟਾਰਟ ਕਰ ਦਿੰਦੀ ਹੈ। ਇਨ ਐਡੀਸ਼ਨ ਇਨ ਆਲ ਮੈਟਰ ਡੀਲਿੰਗਸ ਵਿਦ ਫਾਈਨੈਂਸਿਸ ਦ ਪਾਰਲੀਮੈਂਟਸ ਅਪਰੂਵਲ ਇਜ਼ ਕਰੂਸ਼ੀਅਲ ਫॉर ਦ ਗਵਰਨਮੈਂਟ। ਜਦੋਂ ਕਿ ਕੋਈ ਮਤਲਬ ਕਿ ਫਾਈਨੈਂਸ ਦੇ ਰਿਗਾਰਡਿੰਗ ਡੀਲਿੰਗ ਹੁੰਦੀ ਹੈ, ਠੀਕ ਹੈ, ਪਾਰਲੀਮੈਂਟ ਯਾਨੀ ਕਿ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਦੇ ਕੋਲ ਪਾਰਲੀਮੈਂਟ ਦੇ ਵਿੱਚ ਜੋ ਵੀ MP ਬੇਸ਼ੱਕ ਉਹ ਆਪਣੀ ਪਾਰਟੀ ਦੇ ਨੇ, ਬੇਸ਼ੱਕ ਓਪੋਜੀਸ਼ਨ ਪਾਰਟੀ ਦੇ ਨੇ, ਉਹਨਾਂ ਦਾ ਅਪਰੂਵਲ ਲਾਜ਼ਮੀ ਹੁੰਦਾ, ਠੀਕ ਹੈ। ਕਰੂਸ਼ੀਅਲ ਮਤਲਬ ਇੰਪੋਰਟੈਂਟ ਹੁੰਦਾ ਗਾ। ਦਿਸ ਇਜ਼ ਵਨ ਆਫ ਦ ਸੈਵਰਲ ਵੇਜ਼ ਇਨ ਵਿਚ ਪਾਰਲੀਮੈਂਟ ਕੰਟਰੋਲਸ ਗਾਈਡਸ ਐਂਡ ਇਨਫੋਰਮਸ ਦਾ ਗਵਰਨਮੈਂਟ। ਇਹ ਉਹਨਾਂ ਕਈ ਤਰੀਕਿਆਂ ਦੇ ਵਿੱਚ ਇੱਕ ਤਰੀਕਾ ਹੈਗਾ ਜਿਹਦੇ ਹਿਸਾਬ ਨਾਲ ਪਾਰਲੀਮੈਂਟ ਜਿਹੜੀ ਆਪਣੀ ਸਰਕਾਰ ਹੈ ਉਹ ਕੰਟਰੋਲ ਕਰਦੀ ਹੈ ਅਤੇ ਗਵਰਨਮੈਂਟ ਨੂੰ ਇਨਫੋਰਮ ਕਰਦਾ, ਠੀਕ ਹੈ, ਕਿ ਹਾਂ ਇੱਦਾਂ ਕੰਮ ਹੋਣਾ ਚਾਹੀਦਾ। ਦ MPs ਆਰ ਐਜ਼ ਰਿਪ੍ਰੈਜ਼ੈਂਟੇਟਿਵਸ ਆਫ ਦ ਪੀਪਲ ਹੈਵ ਅ ਸੈਂਟਰਲ ਰੋਲ ਇਨ ਕੰਟਰੋਲਿੰਗ। MPs ਆਪਣੇ ਰਿਪ੍ਰੈਜ਼ੈਂਟੇਟਿਵ ਹੁੰਦੇ ਨੇ, ਠੀਕ ਹੈ, ਉਹਨਾਂ ਕੋਲ ਸੈਂਟਰਲ ਰੋਲ ਹੁੰਦਾ, ਉਹ ਆਪਣੀ ਆਵਾਜ਼ ਉੱਥੇ ਤੱਕ ਲੈ ਕੇ ਜਾਂਦੇ ਨੇ। ਗਾਈਡਿੰਗ ਐਂਡ ਇਨਫੋਰਮਿੰਗ ਪਾਰਲੀਮੈਂਟ ਨੂੰ ਇਨਫੋਰਮ ਕਰਦੇ ਨੇ, ਗਾਈਡ ਕਰਦੇ ਨੇ ਕਿ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਕੰਮ ਹਾਲੇ ਹੋਣਾ ਰਹਿੰਦਾ ਗਾ, ਠੀਕ ਹੈ। ਐਂਡ ਦਿਸ ਇਜ਼ ਅ ਕੀ ਐਸਪੈਕਟ ਆਫ ਫੰਕਸ਼ਨਿੰਗ ਆਫ ਇੰਡੀਅਨ ਡੈਮੋਕ੍ਰੇਸੀ। ਅਤੇ ਇਹ ਜਿਹੜਾ ਮੇਨ ਢਾਂਚਾ, ਠੀਕ ਹੈ, ਕੀ ਐਸਪੈਕਟ ਹੈ ਜਿੱਦਾਂ ਕਿ ਪਾਰਲੀਮੈਂਟ ਜਿਹੜਾ ਇੰਡੀਅਨ ਡੈਮੋਕ੍ਰੇਸੀ ਕਿੱਦਾਂ ਫੰਕਸ਼ਨ ਕਰਦੀ ਹੈ, ਇਸ ਹਿਸਾਬ ਨਾਲ ਫੰਕਸ਼ਨ ਹੁੰਦਾ ਗਾ ਸਾਰਾ। ਲਾਅ ਕਿੱਦਾਂ ਬਣਦਾ ਗਾ। ਲਾਅ ਮੇਕਿੰਗ ਇਜ਼ ਅ ਸਿਗਨੀਫਿਕੈਂਟ ਫੰਕਸ਼ਨ ਆਫ ਪਾਰਲੀਮੈਂਟ। ਵੀ ਸ਼ੈਲ ਰੀਡ ਅਬਾਊਟ ਦਿਸ ਇਨ ਦਾ ਨੈਕਸਟ ਚੈਪਟਰ। ਆਪਾਂ ਇਹਦੇ ਬਾਰੇ ਨੈਕਸਟ ਚੈਪਟਰ ਦੇ ਵਿੱਚ ਪੜ੍ਹਾਂਗੇ। ਹੂ ਆਰ ਦਾ ਪੀਪਲ ਇਨ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਲੋਕ ਹੁੰਦੇ ਨੇ। ਪਾਰਲੀਮੈਂਟ ਨਾਓ ਹੈਜ਼ ਮੋਰ ਐਂਡ ਮੋਰ ਪੀਪਲ ਫਰੋਮ ਡਿਫਰੈਂਟ ਬੈਕਗਰਾਊਂਡਸ। ਅਲੱਗ-ਅਲੱਗ ਬੈਕਗਰਾਊਂਡਸ ਤੋਂ ਪੀਪਲ ਆਉਂਦੇ ਨੇ ਹੈ ਨਾ ਪਾਰਲੀਮੈਂਟ ਦੇ ਵਿੱਚ, ਜਿਹੜੇ ਬਣ ਕੇ ਆਉਂਦੇ ਨੇ ਲੀਡਰ ਸਿਲੈਕਟ ਹੁੰਦੇ ਨੇ। ਫੋਰ ਐਗਜ਼ਾਮਪਲ ਦੇਅਰ ਆਰ ਮੋਰ ਰੂਰਲ ਮੈਂਬਰਸ ਐਜ਼ ਆਲਸੋ ਮੈਂਬਰਸ ਫਰੋਮ ਮੈਨੀ ਰੀਜਨਲ ਪਾਰਟੀਜ਼।
ਰੂਰਲ ਯਾਨੀ ਕਿ ਪੇਂਡੂ ਮੈਂਬਰਸ ਜ਼ਿਆਦਾ ਨੇ ਹੈ ਨਾ, ਪੇਂਡੂ ਏਰੀਏ ਤੋਂ ਜਿਨ੍ਹਾਂ ਦਾ ਪੇਂਡੂ ਬੈਕਗਰਾਊਂਡ ਹੈ, ਠੀਕ ਹੈ। ਅਤੇ ਜਿਹੜੇ ਅਲੱਗ-ਅਲੱਗ ਰੀਜਨਲ ਪਾਰਟੀਜ਼ ਤੋਂ ਵੀ ਆਏ ਨੇ। ਗਰੁੱਪਸ ਐਂਡ ਪੀਪਲਸ ਦੈਟ ਵਰ ਟਿਲ ਨਾਓ ਅਨਰੀਪ੍ਰੈਜ਼ੈਂਟੇਟਿਡ ਆਰ ਬਿਗਨਿੰਗ ਟੂ ਗੈਟ ਇਲੈਕਟਡ ਟੂ ਪਾਰਲੀਮੈਂਟ। ਉਹ ਗਰੁੱਪਸ ਅਤੇ ਮਤਲਬ ਉਹ ਖਿੱਤਿਆਂ 'ਚੋਂ ਲੋਕ ਹੈ ਨਾ, ਜਿਹੜੇ ਅੱਜ ਤੱਕ ਕਦੇ ਜਿਨ੍ਹਾਂ ਨੂੰ ਲੋਕ ਹੀ ਨਹੀਂ ਸਮਝਿਆ ਜਾਂਦਾ ਸੀਗਾ ਹੈ ਨਾ, ਪਿਛੜੇ ਵਰਗ ਦੇ ਲੋਕ ਜਿਨ੍ਹਾਂ ਦਾ ਅੱਜ ਤੱਕ ਕਦੇ ਕੋਈ ਮੈਂਬਰ ਸਾਹਮਣੇ ਨਹੀਂ ਆਇਆ ਸੀ ਇਲੈਕਸ਼ਨ ਦੇ ਵਿੱਚ, ਰੀਪ੍ਰੈਜ਼ੈਂਟੇਟਿਵ ਬਣਿਆ ਹੀ ਨਹੀਂ ਸੀਗਾ, ਜਿਹੜੇ ਅਨਰੀਪ੍ਰੈਜ਼ੈਂਟੇਟਿਵ ਰਹਿ ਗਏ ਸੀ ਹੈ ਨਾ, ਉਹਨਾਂ ਦੇ ਵੀ ਮਤਲਬ ਗਰੁੱਪ ਦੇ ਵਿੱਚੋਂ ਕੋਈ ਪਰਸਨ ਚੁਣ ਕੇ ਆਪਣੇ ਪਾਰਲੀਮੈਂਟ ਦੇ ਵਿੱਚ ਅੱਜ ਬੈਠੇ ਹੋਏ ਨੇ। ਦੇਅਰ ਹੈਜ਼ ਆਲਸੋ ਬੀਨ ਐਨ ਇਨਕਰੀਜ਼ ਇਨ ਪੋਲੀਟੀਕਲ ਪਾਰਟੀਸਪੇਸ਼ਨ ਫਰੋਮ ਦਾ ਦਲਿਤਸ ਐਂਡ ਬੈਕਵਰਡ ਕਲਾਸਿਸ। ਜਿਹੜੇ ਦਲਿਤ ਅਤੇ ਬੈਕਵਰਡ ਕਲਾਸਿਸ ਦੇ ਪੀਪਲ ਸੀਗੇ, ਠੀਕ ਹੈ, ਉਹਨਾਂ ਦੇ ਵਿੱਚੋਂ ਵੀ ਲੋਕ ਪੋਲੀਟਿਕਸ ਦੇ ਵਿੱਚ ਆ ਰਹੇ ਨੇ ਅਤੇ ਪੋਲੀਟੀਕਲ ਪਾਰਟੀਸਪੇਸ਼ਨ ਦੇ ਨਾਲ ਆਪਣੇ ਜਿਹੜੇ ਰਿਪ੍ਰੈਜ਼ੈਂਟੇਟਿਵ ਬਣ ਕੇ ਪਾਰਲੀਮੈਂਟ ਦੇ ਵਿੱਚ ਨੇ। Let us look at the following table that shows the percentage of population who voted in ਲੋਕ ਸਭਾ elections in different years। ਹੁਣ ਇਹ ਵੋਟਰ ਹੈ, ਠੀਕ ਹੈ, ਵੋਟਿੰਗ ਕਿੱਦਾਂ ਹੁੰਦੀ ਹੈ, ਜਿਹੜੇ ਕਿੰਨੇ % ਲੋਕਾਂ ਨੇ ਵੋਟਿੰਗ ਕੀਤੀ ਸੀ। ਆਹ ਦੇਖੋ, ਤੁਸੀਂ ਦੇਖ ਸਕਦੇ ਹੋ ਫਸਟ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਸਿਰਫ 61.16% ਮਤਲਬ ਇਲੈਕਸ਼ਨਸ ਦੇ ਵਿੱਚ ਲੋਕਾਂ ਨੇ ਵੋਟਿੰਗ ਦੇ ਵਿੱਚ ਪਾਰਟੀਸਪੇਸ਼ਨ ਕੀਤਾ ਸੀਗਾ। ਉਸ ਤੋਂ ਬਾਅਦ ਮਤਲਬ ਕਿ ਕਦੇ ਇਨਕਰੀਜ਼ ਹੋਇਆ, ਕਦੇ ਡਿਕਰੀਜ਼ ਹੋਇਆ ਹੈ ਨਾ, ਕਿੰਨੇ % ਲੋਕ ਵੋਟਿੰਗ ਕਰਦੇ ਨੇ ਹੈ ਨਾ, ਉਹਦੀ ਪਰਸੈਂਟੇਜ ਹੈ ਇਹ। ਇਟ ਹੈਜ਼ ਬੀਨ ਓਬਜ਼ਰਵਡ ਦੈਟ representative democracy cannot produce a different reflection of society। ਕਹਿੰਦੇ ਇਹ ਦੇਖਿਆ ਗਿਆ ਕਿ ਜਿਹੜੇ ਡੈਮੋਕ੍ਰੇਸੀ ਦੇ ਨਾਲ ਮਤਲਬ ਜਿਹੜੀਆਂ ਆਪਣੀਆਂ ਗੱਲਾਂ ਨੇ ਉਹ ਸਹੀ ਸੁਸਾਇਟੀ ਦੀ ਰਿਫਲੈਕਸ਼ਨ ਜਿਹੜੀ ਆਪਣੇ ਪਾਰਲੀਮੈਂਟ ਤੱਕ ਕਿ ਆਪਾਂ ਕੀ ਚਾਹੁੰਦੇ ਹਾਂ ਉਹ ਪਹੁੰਚ ਨਹੀਂ ਪਾਉਂਦੀ ਹੈ ਨਾ। ਦੇਰ ਇਜ਼ ਅ ਰੀਅਲਾਈਜੇਸ਼ਨ ਦੈਟ ਵੈਨ ਇੰਟਰਸਟਸ ਐਂਡ ਐਕਸਪੀਰੀਅੰਸ separate us, it is the important to ensure that communities that have been historically marginalized are given adequate representation। ਇਹ ਰੀਅਲਾਈਜ਼ ਕੀਤਾ ਗਿਆ, ਠੀਕ ਹੈ, ਕਿ ਲੋਕਾਂ ਦੇ ਇੰਟਰਸਟ ਅਤੇ ਐਕਸਪੀਰੀਅੰਸ ਡਿਫਰੈਂਟ ਨੇ ਹੈ ਨਾ, ਅਲੱਗ-ਅਲੱਗ ਲੋਕਾਂ ਨੂੰ ਸੈਪਰੇਟ ਕਰ ਦਿੰਦਾ ਹੈ ਨਾ, ਕਿਸੇ ਦਾ ਇੰਟਰਸਟ ਕਿੱਦਾਂ ਦਾ ਹੈ, ਕਿਸੇ ਦਾ ਕਿੱਦਾਂ ਦਾ ਹੈ, ਠੀਕ ਹੈ, ਕੋਈ ਕਿਸੇ ਮੁੱਦੇ 'ਤੇ ਕੰਮ ਚਾਹੁੰਦਾ, ਕੋਈ ਕਿਸੇ ਹੋਰ ਮੁੱਦੇ 'ਤੇ ਆਪਣੀ ਹੈਲਪ ਚਾਹੁੰਦਾ ਹੈ ਨਾ ਸਰਕਾਰ ਤੋਂ। ਸੋ ਕੁਛ ਕਮਿਊਨਿਟੀਜ਼ ਇੱਦਾਂ ਦੀਆਂ ਨੇ ਜਿਹੜੀਆਂ ਕਿ ਬਿਲਕੁਲ ਹੀ ਸੈਪਰੇਟ ਹੋ ਜਾਂਦੇ ਨੇ, ਜਿੱਦਾਂ ਮਤਲਬ ਕਿ ਮਾਈਨੋਰਿਟੀ ਦੇ ਵਿੱਚ ਕੋਈ ਲੋਕ ਆ ਗਏ ਹੈ ਨਾ, ਮਿਨੋਰਿਟੀ ਯਾਨੀ ਕਿ ਘੱਟ ਗਿਣਤੀ ਦੇ ਲੋਕ ਆ ਗਏ, ਉਹਨਾਂ ਦਾ ਕੋਈ ਅਲੱਗ ਤੋਂ ਆਪਾਂ ਕਹਿ ਸਕਦੇ ਹਾਂ ਇੰਟਰਸਟ ਸੀਗਾ, ਬਟ ਉਹਨਾਂ ਨੂੰ ਮਿਨੋਰਿਟੀ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਇੰਟਰਸਟ 'ਤੇ ਕੰਮ ਹੀ ਨਹੀਂ ਕੀਤਾ ਗਿਆ, ਠੀਕ ਹੈ। ਸੋ ਵਿਦ ਦਿਸ ਇਨ ਮਾਈਂਡ ਸਮ ਸੀਟਸ ਆਰ ਰਿਜ਼ਰਵਡ ਇਨ ਪਾਰਲੀਮੈਂਟ ਫॉर SCs ਐਂਡ STs। ਯਾਨੀ ਕਿ ਇਹ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖਦੇ ਹੋਏ ਕੁਛ ਸੀਟਾਂ ਨੇ ਜਿਹੜੀਆਂ ਪਾਰਲੀਮੈਂਟ ਦੀਆਂ ਉਹ ਰਿਜ਼ਰਵ ਕੀਤੀਆਂ ਗਈਆਂ ਨੇ SCs ਅਤੇ STs ਵਾਸਤੇ, ਜੋ ਕਿ ਘੱਟ ਗਿਣਤੀ ਆਪਾਂ ਕਹਿ ਸਕਦੇ ਸੀਗੇ। ਦਿਸ ਹੈਜ਼ ਬੀਨ ਡਨ, ਘੱਟ ਗਿਣਤੀ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ, ਇਹ ਲੋਕ ਮਤਲਬ ਕਿ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਗੁੱਡ ਨਹੀਂ ਸੀਗੀ, ਠੀਕ ਹੈ, ਜਾਂ ਇਹਨਾਂ ਦੇ ਸਰਕਮਸਟਾਂਸਿਸ ਇੱਦਾਂ ਦੇ ਸੀਗੇ ਕਿ ਸਰਵਾਈਵ ਕਰਨਾ ਇਹਨਾਂ ਲਈ ਮੁਸ਼ਕਿਲ ਸੀਗਾ ਇੱਦਾਂ ਦੇ ਹਾਲਾਤਾਂ ਦੇ ਵਿੱਚ। ਸੋ ਇਹਨਾਂ ਵਾਸਤੇ ਮਤਲਬ ਕੋਈ ਕੰਮ ਕਰੇ ਉੱਥੇ ਜਾ ਕੇ ਹੈ ਨਾ, ਆਪਣੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਵੀ ਆਵਾਜ਼ ਬਣੇ। ਸੋ SC STs ਨੂੰ ਰਿਜ਼ਰਵ ਕੀਤਾ ਗਿਆ ਆਪਣੇ ਪਾਰਲੀਮੈਂਟ ਦੇ ਵਿੱਚ। This has been done so that the MPs elected from these constituencies will be familiar with and can represent Dalit and Adivasis interest in parliament। ਇਹ ਕਿਉਂ ਕੀਤਾ ਗਿਆ, ਠੀਕ ਹੈ, ਕਿ ਜਿਹੜੇ ਇਹਨਾਂ ਦੇ ਮਤਲਬ ਏਰੀਏ ਦੇ ਵਿੱਚੋਂ ਜਿਹੜੇ MPs ਇਲੈਕਟ ਕੀਤੇ ਜਾਣਗੇ ਉਹ ਇਹਨਾਂ ਨੂੰ ਰਿਪਰੈਜ਼ੈਂਟ ਕਰ ਸਕਣ, ਇਹਨਾਂ ਦੀਆਂ ਗੱਲਾਂ ਨੂੰ ਪਾਰਲੀਮੈਂਟ ਦੇ ਵਿੱਚ ਇਹਨਾਂ ਦੀਆਂ ਮੁਸ਼ਕਲਾਂ ਨੂੰ ਰੱਖ ਸਕਣ ਅਤੇ ਇਹਨਾਂ ਦੇ ਇੰਟਰਸਟ ਦੇ ਉੱਤੇ ਆਪਣੀ ਗਵਰਨਮੈਂਟ ਹੈ ਜਿਹੜੀ ਉਹ ਕੰਮ ਕਰ ਸਕੇ, ਠੀਕ ਹੈ। ਸਿਮਿਲਰਲੀ ਇਟ ਹੈਜ਼ ਮੋਰ ਰੀਸੈਂਟਲੀ ਬੀਨ ਸੁਜੈਸਟਡ ਦੈਟ ਦੇਅਰ ਸ਼ੁੱਡ ਬੀ ਰਿਜ਼ਰਵੇਸ਼ਨ ਆਫ ਸੀਟਸ ਫॉर ਵੂਮੈਨ। ਸੋ ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਆਪਣੇ ਪਾਰਲੀਮੈਂਟ ਦੇ ਵਿੱਚ ਕਿ ਵੂਮੈਨਸ ਦੇ ਲਈ ਵੀ ਕੁਛ ਸੀਟਸ ਰਿਜ਼ਰਵ ਚਾਹੀਦੀਆਂ ਨੇ ਹੈ ਨਾ। ਦਿਸ ਇਸ਼ੂ ਇਜ਼ ਸਟਿਲ ਬੀਂਗ ਡਿਬੇਟਡ। ਇਹ ਇਸ਼ੂ ਦੇ ਉੱਤੇ ਅੱਜ ਤੱਕ ਵੀ ਕਹਿੰਦੇ ਡਿਬੇਟ ਹੋ ਰਹੀ ਹੈ। 60 years ago only 4% of MPs were women, today it is just above 11%। 60 ਸਾਲ ਪਹਿਲਾਂ ਕਹਿੰਦੇ ਸਿਰਫ 4% MPs ਵੂਮੈਨ ਹੁੰਦੀਆਂ ਸੀ, ਬਟ ਅੱਜ ਕੀ ਹੈ, ਮੋਰ ਦੈਨ 11% MPs ਆਰ ਵੂਮੈਨ। ਦਿਸ ਇਜ਼ ਅ ਸਮੋਲ ਸ਼ੇਅਰ ਵੈਨ ਯੂ ਕੰਸੀਡਰ ਦਾ ਫੈਕਟ ਦੈਟ ਦਾ ਹਾਫ ਦਾ ਪੋਪੂਲੇਸ਼ਨ ਆਰ ਵੂਮੈਨ। ਕਹਿੰਦੇ ਇਹ ਇੱਕ ਬਹੁਤ ਛੋਟੀ ਪਰਸੈਂਟੇਜ ਹੈ, 11% ਆਪਾਂ ਕਹਿ ਸਕਦੇ ਹਾਂ, ਕਿਉਂਕਿ ਬਰਾਬਰ ਦਾ ਹੱਕ ਹੈ, ਠੀਕ ਹੈ। ਜਦੋਂ men's and women are equal in population, so they have equal right to get participate, or they should be also in half of the participated members ਜਾਂ elected members ਆਪਾਂ ਕਹਿ ਸਕਦੇ ਹਾਂ। It is issues of this kind that force the country to ask certain difficult and often unresolved questions about whether our democratic system is representative enough।
ਮਤਲਬ ਇੱਦਾਂ ਦੇ ਇਸ਼ੂਸ ਆਉਂਦੇ ਰਹਿੰਦੇ ਨੇ, ਠੀਕ ਹੈ, ਅਨਰਿਜ਼ੋਲਵਡ ਕੁਐਸਚਨਸ ਆਉਂਦੇ ਰਹਿੰਦੇ ਨੇ ਕਿ ਜਿਹੜੇ ਕਿ ਸਵਾਲ ਖੜੇ ਕਰਦੇ ਨੇ ਕਿ ਆਪਣਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਰਿਪਰੈਜ਼ੈਂਟੇਟਿਵ ਜਿਹੜਾ ਹੈਗਾ ਉਹ ਮਤਲਬ ਸਹੀ ਵੀ ਹੈ ਜਾਂ ਨਹੀਂ ਹੈ। ਦ ਫੈਕਟ ਦੈਟ ਵੀ ਕੈਨ ਆਸਕ ਥੀਸ ਕੁਐਸਚਨਸ ਐਂਡ ਆਰ ਵਰਕਿੰਗ ਟੂਵਰਡਸ ਆਨਸਰ ਇਜ਼ ਅ ਰਿਫਲੈਕਸ਼ਨ ਆਫ ਦਾ ਸਟਰੈਂਥ। ਅਤੇ ਇੱਕ ਇਹ ਫੈਕਟ ਜਿਹੜਾ ਆਪਾਂ ਕੁਐਸਚਨ ਮਤਲਬ ਕਰ ਸਕਦੇ ਹਾਂ ਕਿਸੇ ਨੂੰ ਵੀ, ਅਤੇ ਆਪਣੇ ਆਨਸਰਸ ਦੇ ਉੱਤੇ ਮਤਲਬ ਆਪਾਂ ਨੂੰ ਜਵਾਬ ਦੇਣ ਵਾਸਤੇ ਸਰਕਾਰ ਕੰਮ ਕਰ ਰਹੀ ਹੈ, ਇਹ ਸਟਰੈਂਥ ਹੈ, ਠੀਕ ਹੈ, ਆਪਣੇ ਐਂਡ ਦਾ ਫੇਥ ਦੈਟ ਪੀਪਲ ਇਨ ਇੰਡੀਆ ਹੈਵ ਇਨ ਡੈਮੋਕ੍ਰੇਟਿਕ ਫਾਰਮ ਆਫ ਦ ਗਵਰਨਮੈਂਟ, ਇਹ ਸਟਰੈਂਥ ਹੈ, ਠੀਕ ਹੈ, ਆਪਣੀ ਗਵਰਨਮੈਂਟ ਦੀ। ਅਤੇ ਇੱਕ ਫੇਥ ਹੈ ਲੋਕਾਂ ਦਾ, ਠੀਕ ਹੈ, ਇੱਕ ਡੈਮੋਕ੍ਰੇਟਿਕ ਗਵਰਨਮੈਂਟ ਦੇ ਵਿੱਚ ਕਿ ਹਾਂ ਇਹ ਸਰਕਾਰ ਆਪਣੇ ਲਈ ਸਹੀ ਕੰਮ ਕਰੂਗੀ, ਠੀਕ ਹੈ ਬੱਚੇ। ਸੋ ਇਹ ਸੀਗਾ ਆਪਣਾ ਚੈਪਟਰ ਕੰਪਲੀਟ ਹੋ ਗਿਆ। ਇਹਦੇ ਕੁਐਸਚਨ ਆਨਸਰਸ ਤੁਹਾਨੂੰ ਮੈਂ ਡਿਸਕ੍ਰਿਪਸ਼ਨਸ ਦੇ ਵਿੱਚ ਲਿੰਕ ਮਿਲ ਜਾਣਗੇ, ਠੀਕ ਹੈ। ਅਤੇ ਤੁਹਾਨੂੰ ਮੈਂ ਡਿਸਕ੍ਰਿਪਸ਼ਨ, ਕਈ ਬੱਚੇ ਪੁੱਛਦੇ ਹੁੰਦੇ ਨੇ ਕਿ ਸਾਰਾ ਲਿੰਕ ਨਹੀਂ ਮਿਲਿਆ, ਡਿਸਕ੍ਰਿਪਸ਼ਨ ਵਾਸਤੇ ਵੀ ਮੈਂ ਤੁਹਾਡੇ ਗਰੁੱਪ ਦੇ ਵਿੱਚ ਵੀਡੀਓ ਸੈਂਡ ਕੀਤੀ ਸੀ। ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਓ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ। ਅਤੇ ਬਸ ਇਹ ਸੀਗਾ, ਅਤੇ ਇਹਨੂੰ ਨਾ ਰਿਵਾਈਜ਼ ਜ਼ਰੂਰ ਕਰ ਲਿਆ ਕਰੋ ਚੈਪਟਰਾਂ ਨੂੰ, ਠੀਕ ਹੈ। ਇਹ ਤੁਹਾਡੇ ਜਿਹੜੇ ਐਗਜ਼ਾਮਸ ਆਉਣਗੇ ਸੈਪਟੰਬਰ ਦੇ ਵਿੱਚ ਉਹਨਾਂ ਦੇ ਵਿੱਚ ਤੁਹਾਡਾ ਸਿਲੇਬਸ ਹੈ, ਠੀਕ ਹੈ ਬੱਚੇ। ਥੈਂਕ ਯੂ।